ਵਿਜ਼ਨ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵੀ ਸਵਾਗਤ ਹੈ ਜੀ। ਅੱਜ ਭਗਵੰਤ ਮਾਨ ਸਰਕਾਰ ਦੀ ਖੂਬ ਚਰਚਾ ਹੋ ਰਹੀ ਹੈ। ਭ੍ਰਿਸ਼ਟਾਚਾਰ ਖਿਲਾਫ ਸਖਤ ਫੈਸਲੇ ਦੀ ਖੂਬ ਚਰਚਾ ਹੋ ਰਹੀ ਹੈ। ਆਪਣੇ ਹੀ ਕੈਬਨਿਟ ਦੇ ਮੰਤਰੀ ਨੂੰ ਹਟਾਉਣ ਦੀ ਖੂਬ ਚਰਚਾ ਹੋ ਰਹੀ ਹੈ। ਇਸ ਪਹਿਲੂ ਨੂੰ ਲੈ ਕੇ ਕੀ ਇੱਕ ਨਵੀਂ ਪਿਰਤ ਹੈ ਜਾਂ ਦਿੱਲੀ ਵਾਲਾ ਇਤਿਹਾਸ ਦੁਹਰਾਇਆ ਗਿਆ ਪੰਜਾਬ ਦੇ ਵਿੱਚ? ਇਸ ਕਹਾਣੀ ਤੋਂ ਬਾਅਦ ਕੀ ਹੋਰ ਵੀ ਕੁਝ ਨਾਮ ਸਾਹਮਣੇ ਆ ਸਕਦੇ ਨੇ ਜਾਂ ਫਿਰ ਇੱਕ ਆਖਰੀ ਨਾਮ ਹੈ, ਇਸ ਤੋਂ ਬਾਅਦ ਬਾਕੀਆਂ ਨੂੰ ਤਾੜਨਾ ਹੋ ਜਾਵੇਗੀ? ਕਿ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਬਿਲਕੁਲ ਮੁੱਕ ਜਾਵੇਗਾ ਜਾਂ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਪੰਜਾਬ 'ਚ ਸਾਡੀ ਸਰਕਾਰ ਬਣਦੇ ਹੀ ਭ੍ਰਿਸ਼ਟਾਚਾਰ ਮੁਕਾ ਦਿੱਤਾ ਗਿਆ, ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਕਿਹਾ ਕਿ ਉਸ ਨੂੰ ਅਜੇ ਮੁਕਾਉਣਾ ਬਾਕੀ ਹੈ। ਇਹ ਕਈ ਪਹਿਲੂ ਨੇ, ਇਹਨਾਂ ਸਾਰੇ ਪਹਿਲੂਆਂ 'ਤੇ ਚਰਚਾ ਕਰਾਂਗੇ ਅਤੇ ਨਾਲ ਹੀ ਇੱਕ ਚਰਚਾ ਕਰਾਂਗੇ ਪੰਜਾਬ ਪੁਲਿਸ ਦੇ ਉਸ ਕਾਰੇ ਦੀ ਕਿ ਮਰਿਆ ਹੋਇਆਂ ਦੀਆਂ ਵੋਟਾਂ ਤਾਂ ਪੈਂਦੀਆਂ ਸੁਣੀਆਂ ਸੀ, ਪਰ ਮਰਿਆ ਹੋਇਆਂ 'ਤੇ ਪਰਚੇ ਵੀ ਦਰਜ ਹੁੰਦੇ ਨੇ, ਇਹ ਅੱਜ ਸੁਣਿਆ। ਸੋ ਉਹ ਵੀ ਕਹਾਣੀ ਗੜਸ਼ੰਕਰ ਪੁਲਿਸ ਦੀ, ਉਹ ਵੀ ਕਰਾਂਗੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਸਾਡੇ ਨਾਲ ਨੇ। ਛਿੱਬਰ ਭਾਈ ਸਵਾਗਤ ਕਰਦੇ ਹਾਂ। ਧੰਨਵਾਦ ਦੀਪਕ ਜੀ। ਛਿੱਬਰ ਭਾਜੀ, ਜਦੋਂ ਭਗਵੰਤ ਮਾਨ ਹੋਰਾਂ ਦੀ ਸਰਕਾਰ ਬਣਦੀ ਆ, ਸਰਕਾਰ ਬਣਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਗੁਜਰਾਤ 'ਚ ਖੜ੍ਹ ਕੇ ਕਹਿੰਦੇ ਨੇ ਕਿ ਭਗਵੰਤ ਮਾਨ ਨੇ ਇਹਨਾਂ ਨੇ 10 ਦਿਨਾਂ 'ਚ ਉੱਥੇ ਭ੍ਰਿਸ਼ਟਾਚਾਰ ਮੁਕਾਤਾ। ਫਿਰ ਉਹ ਹਿਮਾਚਲ 'ਚ ਆਉਂਦੇ ਨੇ, ਹਿਮਾਚਲ 'ਚ ਮੰਡੀ 'ਚ ਖੜ੍ਹ ਕੇ ਕਹਿੰਦੇ ਨੇ ਕਿ ਆਹ ਭਗਵੰਤ ਮਾਨ ਹੋਰਾਂ ਨੇ 20 ਦਿਨਾਂ 'ਚ ਪੰਜਾਬ 'ਚ ਭ੍ਰਿਸ਼ਟਾਚਾਰ ਮੁਕਾਤਾ। ਹੁਣ ਅੱਜ ਇੱਕ ਮੰਤਰੀ ਦੇ ਉੱਤੇ ਖੁਦ ਮੁੱਖ ਮੰਤਰੀ ਨੇ ਕਾਰਵਾਈ ਕੀਤੀ, ਨਾਲ ਹੀ ਜਵਾਬ ਵੀ ਦਿੱਤਾ ਕਿ ਮੈਨੂੰ ਪਤਾ ਵਿਰੋਧੀ ਕਹਿਣਗੇ ਕਿ ਜੀ ਆਹ ਤੁਹਾਡੀ ਅੰਦਰ ਬੈਠਾ ਜੀ, ਕਿਉਂ ਨਹੀਂ? ਕਹਿੰਦੇ ਕਿ ਬਾਕੀਆਂ ਨੇ ਤਾਂ ਨਾਲ ਰੱਖੇ ਸੀ, ਕੈਬਨਿਟ 'ਚ ਵੀ ਰੱਖੇ, ਬਾਅਦ 'ਚੋਂ ਵੀ ਨਾਲ ਰੱਖੇ, ਪਰ ਅਸੀਂ ਕੱਢਤਾ। ਇਹ ਨਵੀਂ ਪਹਿਲ ਕਦਮੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਸਰਕਾਰ ਦਾ ਬਹੁਤ ਸਖਤ ਅਤੇ ਸਪਸ਼ਟ ਫੈਸਲਾ? ਦੀਪਕ ਜੀ, ਗੱਲ ਤੁਸੀਂ ਗੁਜਰਾਤ ਦੀ ਕੀਤੀ, ਹਿਮਾਚਲ ਦੀ ਕੀਤੀ। ਮੈਨੂੰ ਲੱਗਦਾ ਹੈ ਕਿ ਪਹਿਲਾਂ ਦਿੱਲੀ ਮਾਡਲ ਰਾਹੀਂ ਪੰਜਾਬ ਦੇ ਵਿੱਚ ਆਏ ਜਾਂ ਦਿੱਲੀ ਮਾਡਲ ਨੂੰ ਪੂਰੇ ਦੇਸ਼ ਦੇ ਵਿੱਚ ਪ੍ਰਚਾਰ ਕੀਤਾ ਗਿਆ। ਸਾਡੇ ਪ੍ਰਧਾਨ ਮੰਤਰੀ ਉਹ ਗੁਜਰਾਤ ਮਾਡਲ ਦੀ ਗੱਲ ਕਰਦੇ ਸੀਗੇ ਵੋਟਾਂ ਦੇ ਵਿੱਚ, ਅਰਵਿੰਦ ਕੇਜਰੀਵਾਲ ਜੀ ਦਿੱਲੀ ਮਾਡਲ ਦੀ ਗੱਲ ਕਰਦੇ ਨੇ। ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਜਿਹੜਾ ਦਿੱਲੀ ਦੇ ਵਿੱਚ ਹੋਇਆ, ਤੁਹਾਡੇ ਯਾਦ ਹੋਵੇਗਾ ਕਿ ਜੇ ਆਪਾਂ ਪਿੱਛੇ ਥੋੜ੍ਹਾ ਜਿਹਾ ਇਤਿਹਾਸ ਦੇਖੀਏ, ਪਿਛਲੇ ਸਾਲਾਂ ਦੀ ਗੱਲ ਕਰੀਏ ਆਪਾਂ, ਤਾਂ ਕੇਜਰੀਵਾਲ ਦੀ ਸਰਕਾਰ ਦੇ ਵਿੱਚ ਹੀ ਉੱਥੇ ਦੇ ਜਿਹੜੇ 2-3 MLA ਸੀਗੇ, ਉਹਨਾਂ ਪਰ ਕਰਪਸ਼ਨ ਦੇ ਕੇਸ ਲੱਗੇ, ਪਰਚੇ ਦਰਜ ਹੋਏ ਅਤੇ ਉਹਨਾਂ ਨੂੰ ਬਾਹਰ ਕੱਢਿਆ ਗਿਆ। ਸਰਕਾਰ ਭ੍ਰਿਸ਼ਟਾਚਾਰ ਨੂੰ ਲੈ ਕੇ ਵੱਡੀ ਗੱਲ ਕਰ ਰਹੀ ਹੈ। ਕੋਈ ਵੀ ਸੂਬੇ ਦੀ ਸਰਕਾਰ ਹੋਵੇ, ਉਹ ਭ੍ਰਿਸ਼ਟਾਚਾਰ ਨੂੰ ਬਹੁਤ ਵੱਡੇ ਪੱਧਰ 'ਤੇ ਉਭਾਰਦੀ ਹੈ ਕਿ ਬਰਦਾਸ਼ਤ ਨਹੀਂ ਕੀਤਾ ਜਾਊਗਾ, ਜ਼ੀਰੋ ਟੋਲਰੈਂਸ ਨਹੀਂ ਵਰਤੀ ਜਾਵੇਗੀ। ਸਾਰੀਆਂ ਸਰਕਾਰਾਂ ਕਰਦੀਆਂ, ਕੇਂਦਰ ਸਰਕਾਰ ਵੀ ਕਰਦੀ ਹੈ। ਇਹ ਵੀ ਗੱਲ ਸੱਚਾਈ ਹੈ ਕਿ ਅੱਜ ਹਰ ਵਿਭਾਗ ਦੇ ਵਿੱਚ, ਹਰ ਜਗ੍ਹਾ ਦੇ ਵਿੱਚ ਭ੍ਰਿਸ਼ਟਾਚਾਰ ਆ ਜਿਹੜਾ ਬਹੁਤ ਬੁਰੀ ਤਰ੍ਹਾਂ ਘਰ ਕਰ ਗਿਆ ਹੈ। ਭ੍ਰਿਸ਼ਟਾਚਾਰ ਨੇ ਦੇਸ਼ ਨੂੰ ਵੀ ਕੰਗਾਲ ਕੀਤਾ ਅਤੇ ਸਾਡਾ ਜਿਹੜਾ ਸਮਾਜ ਆ ਉਹਨੂੰ ਵੀ ਖੋਖਲਾ ਕਰ ਦਿੱਤਾ। ਹਰ ਵਰਗ ਆ ਜਿਹੜਾ ਉਹ ਕਰਪਸ਼ਨ ਤੋਂ ਬਹੁਤ ਦੁਖੀ ਹੈ ਜੀ। ਕਿਤੇ ਨਾ ਕਿਤੇ ਕੇਜਰੀਵਾਲ ਸਾਹਿਬ ਇਸ ਗੱਲ ਨੂੰ, ਲੋਕਾਂ ਦੀ ਪੀੜਾ ਨੂੰ ਸਮਝ ਰਹੇ ਨੇ ਕਿ ਲੋਕਾਂ ਨੂੰ ਕਿਵੇਂ ਖੁਸ਼ ਰੱਖਿਆ ਜਾ ਸਕਦਾ ਹੈ, ਜਾਂ ਆਪਾਂ ਇਹ ਕਹਿੰਦਾ ਵੀ ਲੋਕਾਂ ਦੀ ਜਿਹੜੀ ਦੁੱਖ ਦੀ ਰਗ ਆ ਉਹਦੇ ਪਰ ਕਿਵੇਂ ਮੱਲਮ ਲਾ ਕੇ ਉਹਦੇ ਪਰ ਕਿਵੇਂ ਹਮਦਰਦੀ ਆ ਜਿਹੜੀ ਲਈ ਜਾ ਸਕਦੀ ਹੈ। ਹੁਣ ਇਹ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਇੱਕ ਵਿਭਾਗ ਦੇ ਜਿਹੜੇ ਇਹਨਾਂ ਦੇ ਮੰਤਰੀ ਨੇ, ਡਾਕਟਰ ਸਿੰਗਲਾ ਜਿਹੜੇ ਹੈਲਥ ਮਿਨਿਸਟਰ ਨੇ, ਤੁਸੀਂ ਦੇਖੋ ਕਿੱਡੀ ਵੱਡੀ ਕਾਰਵਾਈ ਹੋ ਰਹੀ ਹੈ। ਅੱਜ ਹੀ ਮੁੱਖ ਮੰਤਰੀ ਸਾਹਿਬ ਦਾ ਪ੍ਰੈਸ ਨੋਟ ਆਉਂਦਾ ਹੈ, ਬਿਆਨ ਆਉਂਦਾ ਹੈ ਕਿ ਉਹਨਾਂ ਨੂੰ ਮੰਤਰੀ ਮੰਡਲ 'ਚੋਂ ਬਰਖਾਸਤ ਕਰ ਦਿੱਤਾ ਗਿਆ। ਨਾਲ ਦੀ ਨਾਲ ਜਦੇ ਆਉਂਦੀ ਹੈ ਗੱਲ ਕਿ ਪੁਲਿਸ ਉਹਨਾਂ ਨੂੰ ਫੜਨ ਚਲੇ ਗਈ। ਫਿਰ ਆਉਂਦਾ ਜੀ ਗ੍ਰਿਫਤਾਰ ਕਰ ਲਿਆ ਗਿਆ। ਇਹ ਸਾਰਾ ਕੁਝ ਬਹੁਤ ਛੋਟੇ ਅਤੇ ਘੱਟ ਸਮੇਂ ਦੇ ਵਿੱਚ ਹੀ ਵਾਪਰਿਆ ਹੈ। ਕਦੇ ਵੀ ਜਿਹੜੀ ਪੁਲਿਸ ਆ ਇੰਨੀ ਛੇਤੀ ਹਰਕਤ ਵਿੱਚ ਨਹੀਂ ਆਉਂਦੀ ਜਦੋਂ ਤੱਕ ਉੱਪਰ 'ਤੇ ਕੋਈ ਵੱਡਾ ਇਸ਼ਾਰਾ ਨਾ ਮਿਲਿਆ ਹੋਵੇ। ਕਿੰਨੀ ਛੇਤੀ ਉਹਨਾਂ ਨੂੰ ਕੱਢਿਆ ਗਿਆ, ਫੜਿਆ ਗਿਆ, ਪਰਚਾ ਦਰਜ ਕੀਤਾ ਗਿਆ, ਵਗੈਰਾ ਵਗੈਰਾ ਸਾਰੀਆਂ ਗੱਲਾਂ ਹੋ ਗਈਆਂ। ਇਹ ਗੱਲ ਸਹੀ ਹੈ ਕਿ ਮੁੱਖ ਮੰਤਰੀ ਹੋਰਾਂ ਨੇ ਜਾਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਟੀਮ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਹੈ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ। ਪੰਜਾਬੀ ਦੀ ਕਹਾਵਤ ਆ, ਜਿਵੇਂ ਆਪਾਂ ਪਹਿਲਾਂ ਵੀ ਇਸੇ ਮੰਚ 'ਤੇ ਕਈ ਵਾਰੀ ਗੱਲਾਂ ਕਰੀਆਂ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ ਕੌਮ ਮਾਰ ਕੇ ਟੰਗਣਾ ਪਵੇਗਾ। ਮੈਨੂੰ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਇੱਕ ਕੌਮ ਮਾਰ ਕੇ ਜਿਹੜਾ ਟੰਗ ਦਿੱਤਾ ਹੈ।
ਪਿਛਲੇ ਕੁਝ ਦਿਨਾਂ ਤੋਂ ਇਹ ਗੱਲਾਂ ਚੱਲ ਰਹੀਆਂ ਸੀਗੀਆਂ, ਚਰਚਾਵਾਂ ਹੋ ਰਹੀਆਂ ਤੀਆਂ, ਭਾਵੇਂ ਕਿ ਮੀਡੀਆ ਦੇ ਵਿੱਚ ਹਿੱਸੇ 'ਚ ਨਹੀਂ ਆਈ, ਪਰ ਇਹ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਕਿ 2-3 ਮੰਤਰੀਆਂ ਨੇ ਜਿਹੜਾ ਆਪਣਾ ਲੈਣ ਦੇਣ ਦਾ ਕਾਰੋਬਾਰ ਆ ਉਹ ਸ਼ੁਰੂ ਕਰ ਦਿੱਤਾ। ਇਹ ਗੱਲ ਹਰ ਹੱਟੀ ਭੱਟੀ ਤੇ ਜਿਹੜੀ ਸ਼ੁਰੂ ਹੋ ਰਹੀ ਹੈ, ਬਕਾਇਦਾ ਨਾਂ ਲਿੱਤੇ ਜਾ ਰਹੇ ਨੇ। ਪਰ ਇਸ ਰਿਪੋਰਟ ਦੇ ਵਿੱਚ ਜਿਹੜੀ ਮੰਤਰੀ ਸਾਹਿਬ ਤੇ ਹੋਈ ਹੈ ਕਿ ਇੱਕ ਅਧਿਕਾਰੀ ਨੇ ਹੀ ਮੁੱਖ ਮੰਤਰੀ ਸਾਹਿਬ ਨੂੰ ਸ਼ਿਕਾਇਤ ਕੀਤੀ, ਦੱਸਿਆ, ਉਹਦੇ ਮਾਮਲਾ ਧਿਆਨ ਦੇ ਵਿੱਚ ਲਿਆਂਦਾ, ਫਿਰ ਸਾਰੀ ਜਿਹੜੀ ਸਕ੍ਰਿਪਟ ਉੱਤੋਂ ਲਿਖੀ ਗਈ। ਸਕ੍ਰਿਪਟ ਲਿਖ ਕੇ ਪੂਰੀ ਜਿਨਕੇ ਜਦੋਂ ਤਿਆਰ ਹੋ ਗਈ, ਫੜੇ ਗਏ ਮਾਮਲੇ ਦੇ ਵਿੱਚ, ਤਾਂ ਫਿਰ ਉਹਨਾਂ ਨੂੰ ਡਾਕਟਰ ਸਿੰਗਲੇ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ। ਗੱਲ ਹੁਣ ਇਹ ਜਿਹੜੀ ਆਪਾਂ ਗੱਲ ਕਰ ਰਹੇ ਤੇ ਕਿ ਗੁਜਰਾਤ ਦੀ ਜਾਂ ਹਿਮਾਚਲ ਪ੍ਰਦੇਸ਼ ਦੀ, ਪਹਿਲਾਂ ਇਕੱਲਾ ਦਿੱਲੀ ਸੀਗਾ, ਹੁਣ ਨਾਲ ਪੰਜਾਬ ਤੇ। ਹੁਣ ਜਿਹੜੀਆਂ 2 ਸੂਬਿਆਂ ਦੀਆਂ ਚੋਣਾਂ ਹੋਣੀਆਂ, ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੇ 'ਚੋਂ, ਉੱਥੇ ਪੰਜਾਬ ਤੇ ਦਿੱਲੀ ਦੇ ਮਾਡਲ ਨੂੰ ਦਿਖਾਇਆ ਜਾਵੇਗਾ ਕਿ ਸਾਡੇ ਕੋਲ ਪਹਿਲਾਂ ਦਿੱਲੀ ਸੀਗਾ, ਅਸੀਂ ਉੱਥੇ ਇਹ ਕੰਮ ਕੀਤਾ, ਜਿਵੇਂ ਹੈਲਥ ਦੀ ਤੇ ਐਜੂਕੇਸ਼ਨ ਦੇ ਵਿੱਚ ਜਿਹੜੇ ਮਹੱਲਾ ਕਲੀਨਿਕਾਂ ਤੇ ਸਕੂਲਾਂ ਦੀ ਗੱਲ ਬਹੁਤ ਕਰਦੇ ਤੇ ਕਰਪਸ਼ਨ, ਉਹੀ ਮਾਡਲ ਨੂੰ ਉਹਨੇ ਪੰਜਾਬ 'ਚ ਕੀਤਾ। ਇਹ ਦੋਨੇ ਗੱਲਾਂ ਨੂੰ ਲੈ ਕੇ ਉੱਥੇ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਨਗੇ ਕਿ ਜੇਕਰ ਤੁਸੀਂ ਗੁਜਰਾਤ ਵਾਲੇ ਜਾਂ ਹਿਮਾਚਲ ਵਾਲੇ ਇੱਦਾਂ ਕਰਨਗੇ ਤਾਂ ਕਿ ਅਸੀਂ ਇਹ ਵੱਡਾ ਜਿਹੜਾ ਫੈਸਲਾ ਉਹ ਲੈ ਸਕਦੇ ਆ, ਇੱਥੇ ਵੀ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਨਿਜਾਤ ਆ ਜਿਹੜੀ ਮਿਲ ਸਕਦੀ ਹੈ। 2024 ਆ ਜਿਹੜਾ ਬਹੁਤ ਤੇਜ਼ੀ ਨਾਲ ਨੇੜੇ ਨੂੰ ਆ ਰਿਹਾ, ਲੋਕ ਸਭਾ ਦੀਆਂ ਜਿਹੜੀਆਂ ਚੋਣਾਂ, ਆਮ ਚੋਣਾਂ ਹੋਣ ਜਾ ਰਹੀਆਂ, ਇਸ ਕਰਕੇ ਕਿਤੇ ਨਾ ਕਿਤੇ ਜਿਹੜੀ ਅੱਖ ਆ ਅਰਵਿੰਦ ਕੇਜਰੀਵਾਲ ਹੋਣਾ ਦੀ 2 ਸੂਬਿਆਂ ਤੋਂ ਇਲਾਵਾ ਇਹ ਆਪਣੇ ਜਿਹੜੀਆਂ ਲੋਕ ਸਭਾ ਚੋਣਾਂ ਉਹਨਾਂ ਪਰ ਵੀ ਟਿਕੀ ਹੋਈ ਆ ਵੀ ਕਿ ਕਿਵੇਂ ਨਾ ਕਿਵੇਂ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਪੈਰ ਆ ਹੋਰ ਵੱਡੇ ਪੱਧਰ ਤੇ ਪਸਾਰੇ ਜਾਣ, ਵੱਧ ਤੋਂ ਵੱਧ ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਜਿੱਤੀਆਂ ਜਾਣ। ਇਸ ਕਰਕੇ ਮੈਨੂੰ ਲੱਗ ਰਿਹਾ ਕਿ ਇਹਨਾਂ ਨੇ ਜਿਹੜਾ ਕੌਮ ਮਾਰ ਕੇ ਟੰਗਿਆ, ਇੱਕ ਲੋਕਾਂ ਨੂੰ ਵੀ ਸੁਨੇਹਾ ਦਿੱਤਾ, ਪਾਰਟੀ ਦੇ ਐਮਐਲਏ ਨੂੰ ਵੀ ਸੁਨੇਹਾ ਦਿੱਤਾ, ਆਗੂਆਂ ਨੂੰ ਵੀ ਸੁਨੇਹਾ ਦਿੱਤਾ, ਪਾਰਟੀ ਦੇ ਵਲੰਟੀਅਰ ਨੂੰ ਵੀ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ। ਖਾਸ ਕਰਕੇ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਇਹ ਇੱਕ ਤਰ੍ਹਾਂ ਦੀ ਦੱਸਤਾ ਕਿ ਤੁਹਾਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਕਾਰਵਾਈ ਹੋ ਸਕਦੀ ਆ। ਠੀਕ ਹੈ, ਵੱਡੀ ਕਾਰਵਾਈ ਹੋ ਸਕਦੀ ਹੈ। ਇਹ ਕੀ ਕਾਰਵਾਈ ਉਹ ਹੋ ਸਕਦੀ ਹੈ ਜਾਂ ਮਤਲਬ ਕਿ ਜਿਹੜੇ ਕਰਦੇ ਗਏ ਉਹ ਫੜੇ ਜਾਣਗੇ ਤਾਂ ਕਾਰਵਾਈ ਹੋਣੀ ਹੈ? ਮੇਰਾ ਇਹ, ਕਿਉਂਕਿ ਇਹ ਵੀ ਇੱਕ ਚਰਚਾ ਸ਼ੁਰੂ 'ਚ ਵੀ ਚੱਲੀ ਸੀ ਜਦੋਂ ਸਰਕਾਰ ਬਣੀ ਸੀ ਕਿ ਬਾਈ 4-5 ਪਹਿਲਾਂ ਆਪਣੇ ਟੰਗਣਗੇ, ਹਾਂ 2-4 ਅਫਸਰਾਂ ਨੂੰ ਵੀ ਟੰਗਣਗੇ, 2 ਮੰਤਰੀਆਂ ਨੂੰ ਟੰਗਣਗੇ, 1 ਦੇ ਐਮਐਲਏ ਨੂੰ ਟੰਗਣਗੇ। ਇਹ ਚਰਚਾ ਖੂਬ ਚੱਲੀ ਸੀ। ਮੈਂ ਤਾਂ ਹੀ ਜਾਣਦਾ ਕਿ ਕੀ ਇਹ ਸਿਰਫ ਦਿਖਾਉਣ ਲਈ ਆ ਜਾਂ ਸੱਚਮੁੱਚ ਬਖਸ਼ਿਆ ਨਹੀਂ ਜਾਏਗਾ ਕੋਈ? ਦੀਪਕ ਜੀ ਦੇਖੋ, 2 ਗੱਲਾਂ ਨੇ। ਇੱਕ ਤਾਂ ਜੇ ਤੁਸੀਂ ਦੂਜਿਆਂ ਪਰ ਕਾਰਵਾਈ ਸ਼ੁਰੂ ਕਰ ਦਿੰਦੇ ਨੇ ਤਾਂ ਜਿਹੜੀਆਂ ਓਪੋਜੀਸ਼ਨ ਪਾਰਟੀ ਹੁੰਦੀ ਆ ਜਾਂ ਉਹਨਾਂ ਦੇ ਲੀਡਰ ਨੇ ਉਹ ਇਹ ਐਲੀਗੇਸ਼ਨ ਲਗਾਉਂਦੇ ਨੇ ਕਿ ਸਾਡੇ ਪਰ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਆ, ਬਡੈਂਟਾ ਪੋਲਿਟਿਕਸ ਆ ਜਿਹੜੀ ਉਹ ਕੀਤੀ ਆ, ਉਹ ਦੋਸ਼ ਲਾਉਂਦੇ ਨੇ। ਪਰ ਇਹਨਾਂ ਨੇ ਆਪਣੇ ਪੱਧਰ ਤੇ ਕਾਰਵਾਈ ਸ਼ੁਰੂ ਕੀਤੀ ਆ। ਇਹ ਗੱਲ ਸਾਰੀ ਦੁਨੀਆ ਜਾਣਦੀ ਆ ਕਿ ਜਿਹੜੀ ਅਫਸਰਸ਼ਾਹੀ ਆ, ਜਿੱਥੇ ਭ੍ਰਿਸ਼ਟਾਚਾਰ ਦੇ ਵਿੱਚ ਹੱਥ ਪੋਲੀਟੀਕਲ ਲੋਕਾਂ ਦੇ ਲਿਬੜੇ ਹੋਏ ਨੇ, ਉੱਥੇ ਅਫਸਰਸ਼ਾਹੀ ਵੀ ਦੁੱਧ ਧੋਤੀ ਨਹੀਂ। ਆਪਾਂ ਇਹ ਵੀ ਨਹੀਂ ਕਹਿੰਦੇ ਕਿ ਸਾਰੇ ਅਫਸਰ ਨਾ ਸਾਰੇ ਲੀਡਰ ਨਾ ਸਾਰੇ ਅਫਸਰ, ਹਾਂ ਨਾ ਸਾਰੇ ਅਫਸਰ ਭ੍ਰਿਸ਼ਟ ਨੇ ਨਾ ਸਾਰੇ ਲੀਡਰ ਭ੍ਰਿਸ਼ਟ ਨੇ, ਪਰ ਕਿਤੇ ਨਾ ਕਿਤੇ ਜਿਹੜਾ ਨੈਕਸਸ ਹੈ ਇਹਨਾਂ ਦਾ ਪੋਲੀਟੀਕਲ ਲੀਡਰਾਂ ਦਾ ਤੇ ਅਫਸਰਾਂ ਦਾ ਇਹ ਬਣਿਆ ਪਿਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। 3-4 ਮਹਿਕਮੇ ਅਜਿਹੇ ਨੇ ਜਿਵੇਂ ਪੁਲਿਸ ਡਿਪਾਰਟਮੈਂਟ, ਲੋਕਲ ਬਾਡੀ ਤੇ ਇੱਕ ਜਿਹੜਾ ਟਰਾਂਸਪੋਰਟ ਡਿਪਾਰਟਮੈਂਟ, 2-3 ਮਹਿਕਮੇ ਅਜਿਹੇ ਨੇ, ਫੂਡ ਸਪਲਾਈ ਵੀ ਹੋ ਸਕਦਾ, ਜਿਨ੍ਹਾਂ ਦੇ ਵਿੱਚ ਵੱਡੇ ਪੱਧਰ ਤੇ ਕਰਪਸ਼ਨ ਆ ਜਿਹੜੀ ਹੋ ਰਹੀ ਆ। ਖਾਸ ਕਰਕੇ ਜਿਹੜਾ ਆਪਣਾ ਲੋਕਲ ਬੋਡੀ ਆ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਟੈਲਾਂ ਲੱਗ ਰਹੀਆਂ। ਤੁਸੀਂ ਪਿਛਲੀ ਸਮੇਂ ਦੇ ਵਿੱਚ ਕਿੰਨੇ ਜਿਹੜੇ ਵੱਡੇ ਆਗੂ ਨੇ ਉਹਨਾਂ ਦੇ ਸਿੱਧੇ ਢੰਗ ਨਾਲ ਉਹਦੇ 'ਚ ਹਿੱਸੇਦਾਰੀ ਸੀ ਜਾਂ ਉਹਨਾਂ ਦੇ ਚਹੇਤਿਆਂ ਨੇ ਜਿਹੜੀਆਂ ਉਹ ਟੈਲਾਂ ਦੀ ਜਿਹੜੀ ਫੈਕਟਰੀ ਆ ਉਹ ਲਾਈ ਹੋਈ ਆ। ਸਾਡੇ ਮਾਣਯੋਗ ਸਾਬਕਾ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਭਰਾ ਤੇ ਉਹਨਾਂ ਨੇ ਖੁਦ ਕਿੱਡੀ ਵੱਡੀ ਆਪਣੀ ਜਿਹੜੀ ਫੈਕਟਰੀ ਲਾਈ ਹੋਈ ਆ, ਉੱਥੋਂ ਤੋਂ ਵੀ ਮਾਲ ਜਾਂਦਾ ਰਿਹਾ। ਇਹ ਕਿਤੇ ਨਾ ਕਿਤੇ ਜਿਹੜੀ ਇਹ ਸਮਾਜ ਸੇਵਾ ਦੇ ਨਾਂ ਪਰ ਗੱਲਾਂ ਇਹ ਕਰਦੇ ਤੇ ਰਾਜ ਨਹੀਂ ਸੇਵਾ ਦੀਆਂ ਗੱਲਾਂ ਕਰਦੇ ਨੇ ਕਿ ਅਸੀਂ ਸਮਾਜ ਸੇਵਾ ਵਾਸਤੇ ਅੱਗੇ ਆ ਰਹੇ ਨੇ, ਪਰ ਇੱਕ ਜਿਹੜੀ ਪੋਲਿਟਿਕਸ ਸੀ ਇਹਨੂੰ ਇੱਕ ਵਪਾਰ ਬਣਾ ਲਿਆ, ਇੱਕ ਧੰਦਾ ਬਣਾ ਲਿਆ ਗਿਆ। ਹੋ ਕਹਿ ਰਿਹਾ ਤਾਂ ਕਿ ਜਿਹੜੇ ਆਮ ਲੋਕ ਤੇ ਤੁਹਾਡੇ ਵਰਗੇ ਕੋਈ ਹੋਰ ਜਿਹੜੇ ਸਮਾਜ ਦੀ ਸੱਚਮੁੱਚ ਜਿਨ੍ਹਾਂ ਦੇ ਮਨਾਂ ਦੇ ਵਿੱਚ ਸਮਾਜ ਪ੍ਰਤੀ ਦਰਦ ਆ, ਤੜਫਣਾ ਹੈ, ਕੁਛ ਸਮਾਜ ਵਾਸਤੇ ਕੁਛ ਪੰਜਾਬ ਵਾਸਤੇ ਕਰਨਾ ਚਾਹੁੰਦੇ ਆ, ਉਹ ਅੱਗੇ ਨਹੀਂ ਤੇ ਆ ਸਕਦੇ ਕਿਉਂਕਿ ਇਲੈਕਸ਼ਨ ਇੰਨੀ ਮਹਿੰਗੀ ਕਰ ਦਿੱਤੀ ਕਿ ਆਮ ਬੰਦਾ ਸੋਚ ਨਹੀਂ ਸਕਦਾ। ਇਹ ਕਹਿ ਕਰਦੇ ਤੇ ਕਿ
ਪੈਸਾ ਸੁੱਟੋ, ਮੇਲਾ ਲੁੱਟੋ, ਫਿਰ ਬਾਅਦ ਚੋਂ ਆਪਣਾ ਇੱਕ ਆਪਣਾ ਵਾਰੀ ਲੁੱਟੋ, ਆ ਜਾਓ, ਫਿਰ ਆਪ ਲੁੱਟੋ। ਬਹੁਤ ਜਿੰਨਾ ਮਰਜ਼ੀ ਆ, ਫਿਰ ਉਹ ਲੁੱਟਦਾ ਰਿਹਾ। ਉਹ ਪ੍ਰੋਸੀਜਰ ਆ ਜਿਹੜਾ ਉਹ ਚੱਲ ਰਿਹਾ। ਹੁਣ ਵੀ ਜਿਹੜੀਆਂ ਪਾਲਿਸੀਆਂ ਬਣ ਰਹੀਆਂ, ਅਫਸਰ ਪਾਲਿਸੀ ਇਸ ਢੰਗ ਦੀ ਲੈ ਕੇ ਆਉਂਦੇ ਸੀਗੇ ਕਿ ਇੱਕ ਫਾਈਲ ਮੈਨੂੰ ਕਲੀਅਰ ਕਰਨੀ ਪਵੇ, ਮੈਨੂੰ ਬਹੁਤੀਆਂ ਨਾ ਕਰਨੀਆਂ ਪਵੇ, 100 ਫਾਈਲਾਂ ਨਾ ਕੱਢਣੀਆਂ ਪਵੇ, ਕਿ ਇੱਕ ਫਾਈਲ ਲੈ ਕੇ ਆਈਏ, ਅਸੀਂ ਇੱਕ ਵਾਰ ਕਰੀਏ, ਇੱਕ ਨਾਲ ਕਰੀਏ। ਹੁਣ ਜਿਵੇਂ ਸ਼ਰਾਬ ਦੇ ਠੇਕਿਆਂ ਦੀ ਆਪਾਂ ਉਦਾਹਰਨ ਦਿੰਦੇ ਆ ਜੀ, ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪਹਿਲ ਕਦਮੀ ਚੰਗੀ ਕੀਤੀ ਸੀ, ਪਰ 1 ਜਾਂ 2 ਸਾਲ ਤੋਂ ਬਾਅਦ ਉਹ ਵੀ ਪਿੱਛੇ ਹਟ ਚੱਲੀ ਗਏ। ਨਹੀਂ। ਹਾਂ ਨਹੀਂ ਚੱਲੀ ਨਹੀਂ, ਚਲਾਉਣ ਨਹੀਂ ਦਿੱਤੀ ਗਈ ਹਾਂ, ਜੀ। ਚਲਾਉਣ ਨਹੀਂ ਦਿੱਤੀ, ਚਲਾਉਣ ਨਹੀਂ ਦਿੱਤੀ ਅਫਸਰਾਂ ਗਈ। ਨੇ ਚਲਾਉਣ ਨਹੀਂ ਦਿੱਤੀ। ਹਾਂ, ਜਦ ਕਿ ਚੰਗੀ ਗੱਲ ਇਹ ਸੀਗੀ ਕਿ ਬਹੁਤ ਸਾਰੇ ਲੋਕਾਂ ਨੂੰ ਉਦੋਂ ਠੇਕੇ ਬਣ ਮਿਲੇ, ਹਾਂ, ਬਹੁਤ ਸਾਰੇ ਲੋਕ ਬੰਦੇ। ਠੇਕੇਦਾਰ ਬਣੇ। ਆਮ ਘਰਾਂ ਦੇ ਮੁੰਡਿਆਂ ਨੇ ਵੀ 4-4 5-5 8-10 ਬੰਦਿਆਂ ਨੇ ਮਿਲ ਕੇ ਕਈਆਂ ਨੇ ਠੇਕੇ ਲਿੱਤੇ, ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਪਰ ਇਹ ਅੱਜ ਇੰਨੀ ਮੋਨੋਪੋਲੀ ਬਣਾਤੀ, ਇਹਦੀ ਜਿਹੜੀ ਮਿਨੀਮਮ ਫੀਸ ਆ ਉਹ ਹੀ ਇੰਨੀ ਰੱਖ ਦਿੱਤੀ। ਉਹਦੇ ਵਿੱਚ ਆਮ ਕੋਈ ਮਤਲਬ ਗਰੀਬ ਘਰ ਦਾ ਛੱਡੋ, ਜਿਹੜਾ ਕੋਈ ਚੰਗਾ ਖਾਂਦਾ ਪੀਂਦੇ ਘਰ ਦੇ ਲੋਕ ਆ, ਉਹ ਵੀ ਉਹਦੇ ਵਿੱਚ ਆ ਕੇ ਇਨਵੈਸਟ ਮਨੀ ਜਿਹੜੀ ਜਮ੍ਹਾਂ ਕਰਾ ਕੇ ਬੋਲੀ ਦੇਣ ਜੋਗੇ ਨਹੀਂ ਹੁੰਦੇ। ਇਹ ਨਾ ਪੂਰੇ ਪੰਜਾਬ ਨੂੰ ਬਣਦਾ। ਇਹੀ ਗੱਲ ਉਹਨਾਂ ਨੇ ਜਿਹੜੀ ਮੈਨਿੰਗ ਦੇ ਵਿੱਚ ਕੀਤੀ। ਅੱਜ ਮੈਨਿੰਗ ਦੀ ਕਾਹਤੇ ਨਜਾਇਜ਼ ਮੈਨਿੰਗ ਹੋ ਰਹੀ ਆ, ਕਾਹਤੇ ਰੇਤਾ ਬੜੇ ਕਹਾਣੀ ਕਰ ਰਹੇ ਹਨ। ਅਸੀਂ ਉਹ ਦਿਨ ਦੇਖੇ ਆ ਜਦੋਂ ਅਸੀਂ ਪੜ੍ਹਦੇ ਸੀਗੇ, ਜਦੋਂ ਸਾਡੀ ਸੋਝੀ ਸੰਭਲੀ ਸੀਗੀ। ਪਹਿਲਾਂ ਇੱਕ ਖੱਡ ਦੀ ਬੋਲੀ ਹੁੰਦੀ ਸੀਗੀ, ਇੱਕ ਖੱਡ ਦੀ ਬੋਲੀ ਹੁੰਦੀ ਸੀ, ਉਹਦੇ ਵਿੱਚ ਪੰਚਾਇਤ ਵੀ ਸ਼ਾਮਲ ਹੁੰਦੀ ਸੀ। ਜਦੋਂ ਬੋਲੀ ਹੁੰਦੀ ਸੀ ਕੋਈ ਐਡੀ ਕੋਈ ਗੱਲੇ ਨਹੀਂ ਸੀ। ਜਦੋਂ ਇਹਨਾਂ ਨੂੰ ਪਤਾ ਲੱਗਿਆ ਸਰਕਾਰਾਂ ਨੂੰ ਕਿ ਇਹ ਤਾਂ ਜੀ ਰੇਤਾ ਨਹੀਂ ਹੈਗਾ, ਇਹ ਤਾਂ ਸੋਨੇ ਦੀ ਖਾਨ ਆ, ਤਾਂ ਇਹਨਾਂ ਨੇ ਜਿਉਂ ਫਿਰ ਬਲਾਕ ਲੈਵਲ ਕਰਤਾ, ਫਿਰ ਜ਼ਿਲ੍ਹੇ ਕਰਤੇ, ਫਿਰ ਕਲਸਟਰ ਬਣਾਤੇ। ਹੁਣ ਪੂਰੇ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੂਰੇ ਪੰਜਾਬ ਨੂੰ 8 ਕਲਸਟਰਾਂ ਦੇ ਵਿੱਚ ਵੰਡ ਦਿੱਤਾ। ਹੁਣ ਇੱਕੋ ਪੰਜਾਬ ਦੇ ਵਿੱਚ ਇੱਕ ਠੇਕੇਦਾਰ ਆ। ਦੇਖੋ ਮੂਲ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਠੇਕੇਦਾਰ ਆ, ਉਹਨੇ ਅੱਗੇ ਆਪਣੇ ਹਿੱਸੇ ਦੇ ਦਿੱਤੇ ਜੀ, ਵੀ ਆਹ ਕਰੋ ਜੀ। ਇਸ ਕਰਕੇ ਉਹਦੀ ਮਨਮਰਜ਼ੀ ਹੋ ਰਹੀ ਆ ਕਿ ਜਦੋਂ ਤੱਕ ਤੁਸੀਂ ਮਨਮਰਜ਼ੀ ਨੂੰ ਤੋੜਦੇ, ਮੋਨੋਪੋਲੀ ਨੂੰ ਤੋੜਦੇ, ਬਹੁਤੇ ਹਿੱਸਿਆਂ 'ਚ ਨਹੀਂ ਕਰਦੇ, ਉਦੋਂ ਤੱਕ ਜਿਹੜੀ ਨਾ ਤਾਂ ਮਹਿੰਗਾਈ ਨੂੰ ਕਾਬੂ ਕੀਤਾ ਜਾ ਸਕਦਾ, ਨਾ ਕਰਪਸ਼ਨ ਨੂੰ ਕਾਬੂ ਕੀਤਾ ਜਾ ਸਕਦਾ। ਇਸੇ ਕਰਕੇ ਇਹ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਇਹ ਬਣਦੀ ਆ ਕਿ ਇੱਕ ਹੱਥ ਦੇ ਵਿੱਚ ਸਿਸਟਮ ਦੇਣ ਦੀ ਬਜਾਏ ਬਹੁਤ ਹੱਥਾਂ ਦੇ ਵਿੱਚ ਦੇਣ ਦੀ ਜ਼ਰੂਰਤ ਆ। ਤਾਂ ਮੈਨੂੰ ਲੱਗਦਾ ਕਰਪਸ਼ਨ ਵੀ ਘਟੂਗੀ, ਚੀਜ਼ਾਂ ਦੀ ਜਿਹੜੀ ਸਸਤੀ ਵੀ ਸਪਲਾਈ ਹੋਵੇਗੀ। ਮੈਨੂੰ ਇਹੀ ਲੱਗ ਰਿਹਾ ਕਿ ਜਿਹੜੀ ਹੁਣ ਇਹਨਾਂ ਨੇ ਇਹ ਕੀਤਾ, ਡਾਕਟਰ ਸਿੰਗਲੇ ਨੂੰ ਕੀਤਾ, ਇਹ ਅਫਸਰਾਂ ਨੂੰ, ਪਾਰਟੀ ਦੇ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਇਹ ਇੱਕ ਕੌਮ ਮਾਰ ਕੇ ਟੰਗ ਕੇ ਇੱਕ ਮੈਸੇਜ ਦਿੱਤਾ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਹੋਰ ਕਰ ਦਾਂਗੇ। ਜੋ ਸਾਡੇ ਕੋਲ ਸੋਰਸਸ ਰਾਹੀਂ ਗੱਲਾਂ ਆ ਰਹੀਆਂ ਉਹ ਇਹੀ ਹੈ ਕਿ 5 ਦੇ ਕਰੀਬ ਇਹਨਾਂ ਨੇ ਜਿਹੜੇ MLA ਆ ਉਹ ਟੰਗਣੇ, ਕਿਉਂਕਿ 92 ਦਾ ਜਿਹੜਾ ਭਾਰ ਆ ਉਹ ਵੀ ਝੱਲਿਆ ਨਹੀਂ ਜਾ ਰਿਹਾ। ਜੇ 5-7 ਵੀ ਕਰ ਦੇਣਗੇ ਤਾਂ ਵੀ 80-85 ਬੰਦੇ ਇਹਨਾਂ ਕੋਲ ਹੋਣਗੇ। ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ। 2024 ਤੱਕ ਇਹਨਾਂ ਨੇ ਕਈ ਤਰ੍ਹਾਂ ਦੇ ਇੱਦਾਂ ਦੀ ਲੋਕਾਂ ਦੀ ਹਮਦਰਦੀ ਲੈਣ ਵਾਸਤੇ, ਲੋਕਾਂ ਦੀ ਸਿਫਤੀ ਲੈਣ ਵਾਸਤੇ ਅਜਿਹੇ ਫੈਸਲੇ ਲੈਣਗੇ। 1-2 IAS ਅਫਸਰਾਂ ਖਿਲਾਫ ਵੀ, ਇੱਕ ਭਾਵੇਂ ਕਿ ਡਾਇਰੈਕਟ IAS ਅਫਸਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੇ ਕੇਂਦਰ ਸਰਕਾਰ ਨੇ, ਪਰ ਉਹਨਾਂ ਦੇ ਖਿਲਾਫ ਲਿਖਣ ਦੀ ਕੋਸ਼ਿਸ਼ ਕਰਨਗੇ। IPS ਅਫਸਰ ਜਿਹੜੇ PPS PCS ਕਈ ਅਫਸਰਾਂ ਨੂੰ ਇਹਨਾਂ ਨੇ ਟੰਗਣਾ, ਕਿਉਂਕਿ ਪਹਿਲਾਂ ਕੀ ਹੁੰਦਾ ਤਾਂ ਪਹਿਲਾਂ ਪਟਵਾਰੀ, ਕੰਨਗੋ, ASI, ਹੌਲਦਾਰ, ਕੋਈ ਉਹ ਥਾਣੇ ਇੰਸਪੈਕਟਰ ਤੱਕ ਵੀ ਆ ਜਿਹੜੇ ਕਿ ਫੜੇ ਨਹੀਂ ਤੇ ਜਾਂਦੇ। DSP ਤੱਕ ਤਾਂ ਜਾਣਾ ਹੀ ਬਹੁਤ ਦੂਰ ਸੀ। ਇੰਸਪੈਕਟਰ ਨਹੀਂ ਤੇ ਫੜੇ ਜਾਂਦੇ, DSP ਜਾਂ ਹੋਰ ਆ। ਇਹਨਾਂ ਨੇ ਥੋੜੇ ਜਿਹੇ ਉੱਪਰ ਤੇ ਚਲਾਏ ਨੇ ਕਿ ਉੱਪਰ ਵਾਲਿਆਂ ਨੂੰ ਫੜ ਲਓ, ਉੱਪਰ ਵਾਲਿਆਂ ਨੂੰ ਡਰਾਓ, ਫਿਰ ਥੱਲੇ ਵਾਲੇ ਆਪਣੇ ਆਪ ਠੀਕ ਹੋ ਜਾਣਗੇ। ਇੱਕ ਪਾਸੇ ਨੂੰ ਜਿਹੜੀ ਇਹਨਾਂ ਦੀ ਕਾਰਵਾਈ ਆ ਉਹ ਠੀਕ ਵੀ ਆ ਕਿ ਇਹਨਾਂ ਨੇ ਆਪਣੇ ਘਰ ਤੇ ਗੱਲ ਸ਼ੁਰੂ ਕੀਤੀ ਆ। ਪਰ ਗੱਲ ਇਹ ਆ ਕਿ ਮੁੱਖ ਮੰਤਰੀ ਸਾਹਿਬ ਕੋਲ ਜਿਹੜੀਆਂ ਕੰਪਲੇਂਟਾਂ ਆਉਂਦੀਆਂ, ਤਾਂ ਜਦੋਂ ਤੱਕ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਕਿ ਅਫਸਰ ਸਹੀ ਨੂੰ ਜਵਾਬਦੇਹੀ ਨਹੀਂ ਬਣਾਇਆ ਜਾਂਦਾ, ਅਫਸਰਾਂ ਦੀ, ਮੁਲਾਜ਼ਮਾਂ ਦੀ ਜ਼ਿੰਮੇਵਾਰੀ ਫਿਕਸ ਨਹੀਂ ਕੀਤੀ ਜਾਂਦੀ, ਉਦੋਂ ਤੱਕ ਗੱਲ ਨਹੀਂ ਬਣਨੀ। ਇਹ ਗੱਲ ਤੈਅ ਕਰਨੀ ਪਵੇਗੀ ਕਿ ਜਦੋਂ ਤੁਹਾਡੇ ਕੋਲ ਕੰਪਲੇਂਟ ਆਉਂਦੀ ਆ, ਕੋਈ ਅਰਜ਼ੀ ਆਉਂਦੀ ਆ, ਕੋਈ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਕੰਮ ਵਾਸਤੇ ਆਉਂਦੀ ਆ, ਕਿ ਕਲਰਕ ਕੋਲ ਵੱਧ ਤੋਂ ਵੱਧ ਫਾਈਲ ਕਿੰਨੇ ਦਿਨ ਰਹਿ ਸਕਦੀ ਆ, ਉਹ ਤੋਂ ਬਾਅਦ ਸੀਨੀਅਰ ਅਸਿਸਟੈਂਟ ਕੋਲ ਕਿੰਨੇ ਦਿਨ, ਜੂਨੀਅਰ ਅਸਿਸਟੈਂਟ ਕੋਲ ਕਿੰਨੇ ਦਿਨ, ਸੁਪਰਡੈਂਟ ਕੋਲ ਕਿੰਨੇ ਕੋਲ, ਫਿਰ ਉੱਥੇ ਅੰਡਰ ਸੈਕਟਰੀ ਕਿੰਨੇ ਕੋਲ। ਇਹਦੀ ਇੱਕ ਫਾਈਲ ਦੀ ਇੱਕ ਲਿਮਟ ਹੋਣੀ ਚਾਹੀਦੀ ਆ। ਇੱਥੇ ਦੀਪਕ ਜੀ ਇਹ ਹੋ ਰਿਹਾ 2015 ਦੀਆਂ, 2013 ਦੀਆਂ, 2012 ਦੀਆਂ ਜਿਹੜੀਆਂ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ, ਸਬੂਤ ਵੀ ਦਿੱਤੇ ਹੋਏ ਨੇ, ਉਹਨਾਂ ਪਰ ਵੀ ਕੁਝ ਨਹੀਂ ਹੋ ਰਿਹਾ। ਖਾਸ ਕਰਕੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ, ਇੱਕ ਮਿੰਟ, ਜਿਹੜੀਆਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਜਿਹੜੀਆਂ ਇਹਨਾਂ ਦੇ ਜਿਹੜੇ ਕਾਨੂੰਨੀ ਮਾਹਰ ਨੇ, DA ਲੀਗਲ ਨੇ, ਉਹ ਵੀ ਲਿਖ ਕੇ ਦੇ ਰਹੇ ਨੇ ਕਿ ਇਹਨਾਂ ਪਰ ਕਾਰਵਾਈ ਹੋਣੀ ਚਾਹੀਦੀ ਆ। ਉਹਨਾਂ ਪਰ ਵੀ ਜਿਹੜੀ ਪੁਲਿਸ ਆ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਕਰਕੇ ਭਗਵੰਤ ਮਾਨ ਉਹਨਾਂ ਦੀ ਜਿਹੜੀ ਸਰਕਾਰ ਆ, ਉਹਨਾਂ ਨੂੰ ਜਿਹੜੀ ਪੁਲਿਸ ਕੋਲ ਤੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਆ, ਇਹਨਾਂ ਪਰ ਬੜਾ ਸਕੰਜਾ ਕਸਣ ਦੀ ਲੋੜ ਆ। ਸ਼ਿਵਰ ਜੀ, ਤੁਸੀਂ ਕਹਿ ਰਹੇ ਹੋ ਕਿ ਆਉਣ ਵਾਲੇ ਸਮੇਂ 'ਚ 3-4 MLA ਹੋਰ ਟੰਗੇ ਜਾ ਸਕਦੇ ਨੇ, ਹੋ ਸਕਦਾ ਇੱਕ ਅੱਧਾ ਮੰਤਰੀ ਵੀ ਕੋਈ ਹੋਰ ਟੰਗਿਆ ਜਾਵੇ। ਪਰ ਅੱਜ ਭਗਵੰਤ ਮਾਨ ਨੇ ਜਿਹੜਾ ਸੁਨੇਹਾ ਦਿੱਤਾ ਇਹ ਮੰਤਰੀ ਨੂੰ ਹਟਾਉਣ ਲੱਗਿਆ, ਉਹਦੇ ਵਿੱਚ ਇੱਕ ਗੱਲ ਕਹੀ ਉਹਨਾਂ ਨੇ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਵਿੱਚ ਉਹ ਖੁਦ ਕਹਿੰਦੇ ਹੁੰਦੇ ਸੀ ਕਿ ਹਾਂ ਮੇਰੇ ਵਾਲੇ ਆ ਸਾਰੇ ਭ੍ਰਸ਼ਟ ਨੇ, ਪਰ ਉਹਨਾਂ 'ਤੇ ਕਾਰਵਾਈ ਨਹੀਂ ਕੀਤੀ। ਬਿਲਕੁਲ। ਸਾਡੇ ਵਾਲਿਆਂ ਦਾ ਸਾਨੂੰ ਪਤਾ ਲੱਗਿਆ ਸੀ, ਤੁਰੰਤ ਕਾਰਵਾਈ ਕੀਤੀ। ਕਹਿੰਦੇ ਕਿਸੇ ਨੂੰ ਨਹੀਂ ਪਤਾ ਸੀ, ਮੈਨੂੰ ਇਕੱਲੇ ਨੂੰ ਪਤਾ ਸੀ।
ਇਹਦਾ ਮਤਲਬ ਇਹ ਕਹਿ ਕੇ ਕਿ ਅਕਾਲੀ ਤੇ ਕਾਂਗਰਸੀ ਵੀ ਤਿਆਰ ਰਹਿਣ। ਅੱਜ ਆਪਣੇ ਨੂੰ ਟੰਗਿਆ, ਉਹ ਤੋਂ ਬਾਅਦ ਦੂਜਿਆਂ ਨੂੰ ਟੰਗਣਗੇ, ਤਾਂ ਫਿਰ ਉਹ ਸਵਾਲ ਨਹੀਂ ਆਏਗਾ ਬਦਲਾਖੋਰੀ ਵਾਲਾ। ਕੀ ਇਹ ਵੀ ਹੈ ਕਿ ਹਾਂ ਪੁਰਾਣਿਆਂ ਦੇ ਭ੍ਰਿਸ਼ਟਾਚਾਰਾਂ ਵਾਲੇ ਵੀ ਫੜਨੇ ਆ? ਕਿਉਂਕਿ ਅਸਲੀ ਭ੍ਰਿਸ਼ਟਾਚਾਰ ਤਾਂ ਉਹ ਸਾਰਿਆਂ ਨੂੰ ਪਤਾ, ਉਹਨਾਂ ਦਾ ਤਾਂ ਨੰਗਾ ਚਿੱਟਾ। ਇਹਨਾਂ ਨੂੰ ਤਾਂ ਹਲੇ 2 ਮਹੀਨੇ ਹੋਏ ਨੇ, ਉਹਨਾਂ ਨੂੰ ਤਾਂ ਸਾਫ਼ ਪਤਾ ਕਿ ਕਿਹਨੇ ਰੇਤਾ ਖਾਧਾ, ਕਿਹਨੇ ਬੱਸਾਂ ਖਾਧੀਆਂ, ਕਿਹਨੇ ਪੈਸਾ ਖਾਧਾ, ਕਿਹਨੇ ਇਲਾਜ ਦੇ ਨਾਂ 'ਤੇ ਖਾਧਾ। ਸੋ ਉਹ ਸਾਰੇ ਜਿਹੜੇ ਕਪੜੇ ਨੇ, ਕਿ ਉਹਨਾਂ ਦੀ ਵੀ ਕੋਈ ਜਾਂਚ ਹੋਣ ਦੀ ਆਸ ਹੈ? ਕੀ ਲੱਗਦਾ ਕਿ ਪੁਰਾਣੇ ਮੰਤਰੀ, ਪੁਰਾਣੇ ਐਮਐਲਏ, ਅਕਾਲੀ ਕਾਂਗਰਸੀਆਂ ਜਾਂ ਬੀਜੇਪੀ ਵਾਲੇ ਕੋਈ ਟੰਗੇ ਜਾਣ? ਦੇਖੋ ਦੀਪਕ ਜੀ, ਗੱਲ ਇਹ ਆ, ਜਿਹੜੀ ਗੱਲ ਇਹ ਕਹਿੰਦੇ ਵੀ ਮੈਨੂੰ ਪਤਾ ਸੀਗਾ, ਆਪਾਂ ਪਹਿਲਾਂ ਹੀ ਗੱਲ ਕਰਕੇ ਵੀ 2-3 ਮੰਤਰੀਆਂ ਬਾਰੇ ਜਾਂ ਕੁਝ ਲੋਕਾਂ ਬਾਰੇ ਗੱਲਾਂ ਚਰਚਾ ਥੱਲੇ ਵੀ ਤੁਰ ਪਈ ਚੱਲ ਰਹੀ ਸੀਗੀ, ਹਲੇ ਵੀ ਚੱਲ ਰਹੀ ਹੈ। ਹਾਂ, ਉਹ ਚਰਚਾ ਚੱਲ ਈਵਨ ਇਹਦੇ ਨਾਲੋਂ ਜ਼ਿਆਦਾ 2-3 ਹੋਰ ਦੀ ਚੱਲ ਰਹੀ ਸੀ, ਕਿਉਂਕਿ ਵੀ ਜਿਹੜੇ ਕੋ ਮੂੰਹ ਆਈ ਬਾਤ ਨਾ ਰਹਿੰਦੀ ਹੈ, ਜਿਹੜੀ ਇੱਕ ਵਾਰੀ ਜੇ ਨਿਕਲੀ ਉਹ ਗੱਲ ਅੱਗੇ ਤੱਕ ਫੈਲਦੀ ਆ, ਇਹ ਗੱਲ ਚਰਚਾ ਹੋਣ ਲੱਗਦੀ। ਤੇ ਦੂਜੀ ਗੱਲ ਇਹ ਆ ਕਿ ਜਿਹੜੀਆਂ ਨਵੀਆਂ ਕੰਪਲੇਂਟਾਂ ਆਉਣਗੀਆਂ ਜਾਂ ਆਪਣਿਆਂ ਦੇ ਪਰ ਵੀ ਟੰਗਿਆ ਜਾਊਗਾ, ਮੈਨੂੰ ਲੱਗਦਾ ਜੇ ਕੋਈ ਹੋਰ ਪੁਰਾਣਿਆਂ ਪਰ ਵੀ ਕੰਪਲੇਂਟ ਆ ਗਈ, ਹੋ ਸਕਦਾ ਉਹ ਵੀ ਟੰਗੇ ਜਾਣਗੇ। ਦੂਜੀ ਗੱਲ ਇਹ ਹੈ ਕਿ ਜੇ ਨਹੀਂ ਟੰਗਣਗੇ, ਨਹੀਂ ਕੋਈ ਪੁਰਾਣੀਆਂ ਕੰਪਲੇਂਟਾਂ ਦੇ ਹਵਾਲੇ ਨਾਲ ਖੁੱਲ੍ਹੂ ਨਹੀਂ, ਮੇਰੀ ਗੱਲ ਸੁਣੋ, ਜਿਸ ਤਰ੍ਹਾਂ ਨਹੀਂ ਟੰਗਣਗੇ, ਕਿਉਂਕਿ ਜਦੋਂ ਇਹ ਆਪੋਜੀਸ਼ਨ ਦੇ ਵਿੱਚ ਸੀਗੇ ਤਾਂ ਇਹ ਧਰਨਿਆਂ ਦੇ ਵਿੱਚ, ਚੌਂਕਾਂ ਦੇ ਵਿੱਚ, ਚੌਰਾਹਿਆਂ ਦੇ ਵਿੱਚ, ਰੈਲੀਆਂ ਦੇ ਵਿੱਚ, ਬੇਰੁਜ਼ਗਾਰਾਂ ਦੀਆਂ ਰੈਲੀਆਂ ਦੇ ਵਿੱਚ ਜਾ ਕੇ, ਮੀਟਿੰਗਾਂ 'ਚ ਜਾ ਕੇ ਇਹ ਗੱਲ ਬੋਲਦੇ ਰਹੇ ਨੇ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਇਹ ਕੰਮ ਕਰਾਂਗੇ, ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ। ਫਿਰ ਜਿਹੜੇ ਲੋਕਾਂ ਨੇ ਭ੍ਰਿਸ਼ਟਾਚਾਰ ਕੀਤਾ, ਹੁਣ ਜਿਹੜੀ ਸਕਾਲਰਸ਼ਿਪ ਦੇ ਮੁੱਦੇ ਵਿੱਚ ਜੇ ਸਭ ਤੋਂ ਵੱਧ ਜੇ ਰੌਲਾ ਪਾਇਆ, ਜੇ ਕਾਰਵਾਈ ਕਰਨ ਦੀ ਗੱਲ ਕੀਤੀ ਆ, ਆਮ ਆਦਮੀ ਪਾਰਟੀ ਨੇ ਕੀਤੀ ਆ। ਹੁਣ ਜੇ ਆਮ ਆਦਮੀ ਪਾਰਟੀ ਸਕਾਲਰਸ਼ਿਪ ਮਾਮਲੇ 'ਚ ਕੁਝ ਨਹੀਂ ਕਰੂਗੀ, ਇਹ ਵੀ ਚੁੱਪ ਰਹੀ, ਸਵਾਲ ਚੁੱਪ ਰਹੂਗੇ, ਉੱਠਣਗੇ ਨਾ। ਜਿਵੇਂ ਕਿ ਪਹਿਲਾਂ ਕਾਂਗਰਸ ਸਰਕਾਰ ਕਹਿੰਦੀ ਰਹੀ, ਜਦੋਂ ਆਪੋਜੀਸ਼ਨ ਵਿੱਚ ਅਕਾਲੀ ਦਲ ਦੇ ਸਮੇਂ, ਵੀ ਅਸੀਂ ਕਾਰਵਾਈ ਕਰਾਂਗੇ। ਜਦੋਂ ਸਰਕਾਰ ਆ ਗਈ ਉਹਨਾਂ ਨੇ ਕੁਛ ਨਹੀਂ ਕੀਤਾ। ਕੈਪਟਨ ਅਮਰਿੰਦਰ ਕਹਿੰਦੇ ਰਹੇ, ਇਹ ਗੱਲ ਸਹੀ ਹੈ ਕਿ ਕੈਪਟਨ ਅਮਰਿੰਦਰ ਕਹਿੰਦੇ ਰਹੇ ਕਿ ਮੇਰੇ ਜਿਹੜੇ 90% ਜਿਹੜੇ ਵਿਧਾਇਕ ਨੇ ਉਹ ਮੈਨਿੰਗ ਨਾਲ ਜੁੜੇ ਸੀ, ਪਰ ਕਾਰਵਾਈ ਕਿਹਨੇ ਕਰਨੀ ਸੀ? ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀ ਨਜ਼ਰਾਂ 'ਚ ਡਿੱਗੇ ਨੇ। ਆਪਾਂ ਕਈ ਵਾਰੀ ਇਸ ਗੱਲ ਪਰ ਡਿਸਕਸ ਕਰ ਚੁੱਕੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਾਣੀਆਂ ਦਾ ਰਾਖਾ ਕਿਹਾ ਗਿਆ। ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਕੇ ਜੋ ਉਹ ਕਹਿੰਦਾ ਉਹ ਕਰਕੇ ਦਿਖਾਉਂਦਾ। ਕੈਪਟਨ ਅਮਰਿੰਦਰ ਸਿੰਘ ਦੀ ਇੱਕ ਪੰਜਾਬ ਦੇ ਲੋਕਾਂ 'ਚ ਇੱਕ ਛਵੀ ਸੀਗੀ, ਕੈਪਟਨ ਅਮਰਿੰਦਰ ਸਿੰਘ ਦਾ ਬਾਰੇ ਇੱਕ ਲੋਕਾਂ ਵਿੱਚ ਅਕਸ ਜਿਹੜਾ ਬਣਿਆ ਹੋਇਆ ਤਾਂ ਬਹੁਤ ਵਧੀਆ ਬਣਿਆ ਤਾਂ। ਹਾਂ, ਪਰ ਜਿਹੜੀ ਪਿਛਲੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਹੁਣ ਰਹੀ ਆ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੀਆਂ ਇਛਾਵਾਂ ਤੇ, ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ। ਉਲਟਾ ਉਹਨਾਂ ਨੇ ਜਿਹੜੇ ਭ੍ਰਿਸ਼ਟਾਚਾਰ ਕਰਨ ਵਾਲੇ ਲੋਕ ਤੇ ਉਹਨਾਂ ਨੂੰ ਥਾਪੜਾ ਦਿੱਤਾ, ਉਹਨਾਂ ਨੂੰ ਅਸ਼ੀਰਵਾਦ ਦਿੱਤਾ। ਜਿਹੜੇ ਉਹਨਾਂ ਦੇ ਨਾਲ ਜਿਹੜੇ ਸੱਜੇ ਖੱਬੇ ਬੰਦੇ ਸੀਗੇ ਉਹਨਾਂ ਨੇ ਰੱਜ ਕੇ ਚੰਮਦੀਆਂ ਚਲਾਈਆਂ ਨੇ। ਇਸ ਕਰਕੇ ਜਿਹੜੀ ਕਾਂਗਰਸ ਦਾ ਨੁਕਸਾਨ ਹੋਇਆ, ਨਹੀਂ ਬਹੁਤ ਘੱਟ ਹੋਇਆ। ਮੈਨੂੰ ਆਪਣੀ ਸੋਝੀ ਦੇ ਵਿੱਚ ਬਹੁਤ ਘੱਟ ਦੇਖਿਆ ਕਿ ਕੋਈ ਸਾਬਕਾ ਮੁੱਖ ਮੰਤਰੀ ਹਰਿਆ ਹੋਵੇ। ਇੱਥੇ ਸਾਬਕਾ ਮੁੱਖ ਮੰਤਰੀ ਸਾਰੇ ਹਾਰ ਗਏ, ਕੈਪਟਨ ਅਮਰਿੰਦਰ ਸਿੰਘ ਵੀ ਹਾਰ ਗਿਆ, ਚਰਨਜੀਤ ਸਿੰਘ ਚੰਨੀ ਵੀ ਹਾਰ ਗਿਆ, ਬੀਬੀ ਭੱਠਲ ਵੀ ਹਾਰ ਗਈ, ਪ੍ਰਕਾਸ਼ ਸਿੰਘ ਬਾਦਲ ਵਰਗੇ ਵੀ ਹਾਰ ਗਏ, ਜਿਹੜੇ ਕਦੇ ਨਹੀਂ ਹਾਰੇ ਹੈਗੇ। ਇਹਦਾ ਮਤਲਬ ਲੋਕ ਕਿਤਨਾ ਕਿਤੇ ਦੁਖੀ ਨੇ। ਤੁਸੀਂ ਇਹ ਸਮਝੋ ਜਾਵੇ ਕਿ ਜਿਵੇਂ ਕਬੂਤਰ ਦੇਖਦਾ ਬਿੱਲੀ ਨੂੰ ਦੇਖ ਕੇ ਕਿ ਮੈਨੂੰ ਕਿਹੜੇ ਬਿੱਲੀ ਦੇਖਦੀ ਆ। ਲੋਕਾਂ ਦੇ ਬਸ ਦੀ ਗੱਲ ਨਹੀਂ ਰਹੀ। ਲੋਕਾਂ ਨੂੰ ਕੋਈ ਤੀਜਾ ਅਲਟਰਨੇਟਿਵ ਨਹੀਂ ਦਿਖ ਰਿਹਾ। ਲੋਕਾਂ ਨੂੰ ਤੀਜਾ ਜਿਹੜਾ ਅਲਟਰਨੇਟਿਵ ਦਿਖਿਆ, ਉਹਨਾਂ ਨੇ ਲਿਆਂਦਾ, ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ। ਹੁਣ ਵੀ ਜਿਹੜੀਆਂ ਉਹ ਸਿਆਸੀ ਪਾਰਟੀਆਂ, ਉਹਨਾਂ ਨੂੰ ਆਪਣੇ ਭਾਈ ਭਤੀਜਾ ਵਾ ਸਿਆਸੀ ਸਾਂਝ ਜਿਹੜੀ ਨਾ ਲੀਡਰਾਂ, ਉਹਨਾਂ ਨਾਲ, ਅਫਸਰਾਂ ਨਾਲ ਚਾਹ ਪਿਆਲੀ ਦੀ ਜਿਹੜੀ ਸਾਂਝ ਆ ਉਹ ਖਤਮ ਕਰਨੀ ਪਵੇਗੀ। ਉਹਨਾਂ ਨਾਲ ਜਿਹੜਾ ਮੋਹ ਮੁਹੱਬਤ ਆ ਉਹ ਘਟਾਉਣੀ ਪਵੇਗੀ। ਲੋਕਾਂ ਦੀ ਗੱਲ ਕਰਨੀ ਹੋਊਗੀ। ਜੇ ਉਹ ਲੋਕਾਂ ਦੀ ਗੱਲ ਕਰਨਗੇ ਤਾਂ ਆਉਣਗੇ। ਜਿਹੜੇ ਬੜੇ ਬੜੇ ਮਗਰਮੱਛਾਂ ਨੇ ਅਜੇ ਵੀ, ਜਿਨ੍ਹਾਂ ਨੇ ਕਬਜ਼ੇ ਕੀਤੇ ਹੋਏ ਸਰਕਾਰੀ ਜ਼ਮੀਨਾਂ 'ਤੇ, ਸਰਕਾਰੀ ਦੁਕਾਨਾਂ 'ਤੇ, ਸਰਕਾਰੀ ਪ੍ਰੋਪਰਟੀ 'ਤੇ, ਜਾਂ ਜਿਨ੍ਹਾਂ ਨੇ 2 ਨੰਬਰ ਦੇ ਕੰਮ ਕੀਤੇ ਹੋਇਆ, ਉਹਨਾਂ ਨੂੰ ਆਪਣੇ ਆਪੇ ਸਰੈਂਡਰ ਵੀ ਕਰ ਦੇਣਾ ਚਾਹੀਦਾ। ਜਾਂ ਫਿਰ ਸਰਕਾਰ ਨੂੰ ਜਿਹੜੇ ਉਹੋ ਜਿਹੇ ਅਫਸਰ ਨੇ ਜਿਨ੍ਹਾਂ ਨੇ ਭ੍ਰਿਸ਼ਟਾਚਾਰੀਆਂ ਨੂੰ ਬਚਾਇਆ, ਬਚਾਉਣ ਵਾਸਤੇ ਹੁਣ ਤੱਕ ਆਉਂਦੇ ਰਹੇ ਨੇ, ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਪਵੇਗੀ, ਤਾਂ ਕਿ ਜਿਹੜੇ ਮੁਲਾਜ਼ਮ ਥੱਲੇ ਕਲਰਕ ਤੋਂ ਲੈ ਕੇ ਚੀਫ ਸੈਕਟਰੀ ਤੱਕ, ਉਹਨਾਂ ਨੂੰ ਵੀ ਇੱਕ ਮੈਸੇਜ ਜਾਵੇ ਕਿ ਜੇਕਰ ਤੁਸੀਂ ਕਾਨੂੰਨ 'ਤੇ ਉਲਟ ਜਾਵੋਗੇ, ਕਾਨੂੰਨ ਦੀਆਂ ਜਿਹਦੀ ਤੁਸੀਂ ਸਹੁੰ ਖਾ ਕੇ ਆਇਆ ਕਿ ਮੈਂ ਇਮਾਨਦਾਰੀ ਨਾਲ ਕੰਮ ਕਰੂੰਗਾ, ਤਾਂ ਮੇਰੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ। ਕਾਰਵਾਈ ਕਹਿੰਦੇ ਪੁਲਿਸ ਪੰਜਾਬ 'ਚ ਬਹੁਤ ਵਧੀਆ ਕਾਰਵਾਈ ਕਰ ਰਹੀ ਹੈ ਅੱਜ ਕੱਲ੍ਹ। ਇੱਕ ਥਾਂ ਜਾਂਦੀ ਆ ਕਿ ਮਾਈਨਿੰਗ ਵਾਲਾ ਬੰਦਾ ਫੜ ਲਿਆ, ਕਹਿੰਦੇ ਕਿ 5 ਕਿਲੋ ਰੇਤ, 1 ਤਸਲਾ ਤੇ 1 ਕਹੀ, ਤੇ ਹੁਣ ਕਹਿੰਦੇ ਕਿ ਨਸ਼ੇ ਵਾਲੇ ਗਰੋਹ ਫੜ ਲਿਆ ਪੂਰਾ ਪਿੰਡ, ਤੇ ਉਹਦੇ ਵਿੱਚ ਕਹਿੰਦੇ ਕਿ ਮਰਿਆਂ ਦੇ ਪਰਚੇ। ਕੀ ਹੈ ਇਹ ਪੁਲਿਸ ਦੀ ਕਾਰਵਾਈ ਹੈ? ਫਿਰ ਦੀਪਕ ਜੀ ਦੇਖੋ, ਜਦੋਂ ਉੱਪਰ ਤੇ ਡੰਡਾ ਚੱਲਦਾ ਵੀ ਕਾਰਵਾਈ ਕਰੋ, ਤਾਂ ਫਿਰ ਬਹੁਤ ਸਾਰੇ ਜਿਹੜੇ ਪੁਲਿਸ ਦੇ ਮੁਲਾਜ਼ਮ ਹੁੰਦੇ ਨੇ ਜਾਂ ਅਫਸਰ ਹੁੰਦੇ, ਇਹਨਾਂ ਨੂੰ ਪਤਾ ਹੁੰਦਾ ਵੀ ਬਾਦਲ ਸਾਹਿਬ ਕਹਿੰਦੇ ਹੁੰਦੇ ਕਿ ਮੈਨੂੰ ਸੜਕ ਪਰ ਜਾਂਦੀ ਜਿਹੜੀ ਕੀੜੀ ਆ ਉਹਦਾ ਰੂਟ ਵੀ ਪਤਾ ਹੈ, ਕਹਿੰਦੇ ਹੁੰਦੇ ਆ ਨਾ। ਇਸ ਕਰਕੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜੇ ਇਸ ਥਾਣੇ ਦੇ ਵਿੱਚ ਥਾਣੇ ਦਾ ਤਕੜਾ ਹੋਵੇ, ਉੱਥੇ ਕੋਈ ਪੱਤਾ ਨਹੀਂ ਹਿਲ ਸਕਦਾ।
ਜਿਹੜਾ ਦੜਾ ਸੱਟਾ ਲੱਗਦਾ ਹੈ, ਬਿਨਾਂ ਪੁਲਿਸ ਦੀ ਮਿਲੀ ਭੁਗਤ ਤੋਂ ਕੁਝ ਨਹੀਂ ਨਹੀਂ ਲੱਗ ਲੱਗ ਰਿਹਾ। ਸਕਦਾ। ਜਿਹੜੇ ਨਸ਼ੇ ਆ ਮੈਡੀਕਲ ਸਟੋਰਾਂ ਪਰ ਪਹਿਲਾਂ ਵੀ ਇਹਦੇ ਉਹ ਬਿਨਾਂ ਪੁਲਿਸ ਦੀ ਮਿਲੀ ਭੁਗਤ ਤੇ ਹੋ ਨਹੀਂ ਸਕਦੇ। ਜਿੰਨੇ 2 ਨੰਬਰ ਦੇ ਕੰਮ ਆ ਜਿਹਨੇ ਵੀ ਕਰਨੇ ਆ, ਬਿਨਾਂ ਪੁਲਿਸ ਦੀ ਮਿਲੀ ਭੁਗਤ ਤੋਂ, ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਕੋਈ ਕੰਮ ਨਹੀਂ ਹੋ ਸਕਦਾ। ਪੱਤਾ ਜਿਹੜਾ ਉਹ ਹਿੱਲ ਨਹੀਂ ਚੜ ਸਕਦਾ, ਚਿੜੀ ਆ ਜਿਹੜੀ ਫੜਫੜਾ ਨਹੀਂ ਸਕਦੀ। ਕਿਤੇ ਨਾ ਕਿਤੇ ਅਫਸਰਸ਼ਾਹੀ ਦੀ ਮਿਲੀ ਭੁਗਤ ਹੁੰਦੀ ਹੈ। ਹੁਣ ਇਸ ਮਾਮਲੇ ਵਿੱਚ ਕੀ ਹੋਇਆ, ਜਿਹੜੀ ਤੁਸੀਂ ਗੱਲ ਕਰਦੇ ਆ ਗੜ੍ਹਸ਼ੰਕਰ ਥਾਣੇ ਦੀ, ਕਿ ਉੱਪਰ ਤੇ ਉਹਨਾਂ ਨੇ ਕਹਿਤਾ ਵੀ ਜਿਹੜੇ ਸਰਕਾਰ ਕਹਿ ਰਹੀ ਆ ਕਿ ਨਸ਼ੇਖੋਰੀ ਵਾਲੇ ਜਿਹੜੇ ਬਖਸ਼ੇ ਨਹੀਂ ਜਾਣਗੇ, ਵੀ ਕਾਰਵਾਈ ਕੀਤੋ। ਉਹ ਬੰਦਿਆਂ ਨੇ ਕਾਰਵਾਈ ਪਾਉਣ ਦੀ ਬਜਾਏ ਘਰੇ ਜਿਵੇਂ ਪੁਲਿਸ ਲਈ ਹੁੰਦਾ ਵੀ ਮਨ ਫਲਾਣਾ ਸਿੰਘ ਗਸ਼ਤ ਕਰ ਰਿਹਾ ਸੀ, ਮੁਖਬਰ ਖਾਸ ਨੇ ਆ ਕੇ ਇਤਲਾਹ ਦਿੱਤੀ ਕਿ ਉੱਥੇ ਜਿਹੜੇ ਬੰਦੇ ਆ ਜੀ ਉਹ ਨਸ਼ਾ ਵੇਚਣ ਦੇ ਆਦੀ ਆ ਜੀ, ਸਮੈਕ, ਭੁੱਕੀ, ਫੀਮ, ਡੋਡੇ ਵੇਚਣ ਦੇ ਆਦੀ ਆ। ਜੇ ਉਹ ਆਪਣੇ ਖਾਸ ਬੰਦਿਆਂ ਨੂੰ ਵੇਚ ਰਿਹਾ, ਜੇ ਅੱਜ ਵੀ ਤੁਸੀਂ ਰੇਡ ਮਾਰੋਗੇ ਤਾਂ ਉਹਨਾਂ ਦੇ ਪਰ ਕਾਰਵਾਈ ਹੋਈ ਜਾਊਗੀ। ਉਹ ਜਨਾਬ ਨੇ ਜਿਹੜੇ ਉੱਥੇ ਦੇ ਥਾਣੇ ਦੇ ਵਿੱਚ ਬੰਦੇ ਹੋਣੇ ਆ, ਉਹਨਾਂ ਨੇ ਪੁਰਾਣੀਆਂ ਲਿਸਟਾਂ ਕੱਢ ਕੇ ਸਾਰਿਆਂ ਦੇ ਨਾਂ ਪਾ ਕੇ FIR ਦਰਜ ਕਰਕੇ ਉਹ ਮੂਹਰੇ ਰੱਖ ਕਾਗਜ਼ੀ ਕਾਰਵਾਈ ਪੂਰੀ ਕਰਤੀ। ਉਹ ਜਿਹੜੇ ਬੰਦੇ ਸੀਗੇ, ਜਦੋਂ ਖਬਰ ਲੱਗੀ ਜਾਂ ਉਹਨਾਂ ਨੂੰ ਪਤਾ ਲੱਗਿਆ, ਉਹ ਬੰਦਾ ਕਹਿੰਦਾ ਜੀ ਮੇਰੇ ਮੁੰਡੇ ਨੂੰ ਤਾਂ ਜੀ 2019 ਦੇ ਵਿੱਚ ਮਰ ਗਿਆ ਜੀ, ਤੁਸੀਂ ਉਹਦਾ ਵੀ ਨਾਂ ਉਹਦੇ ਵਿੱਚ ਦਰਜ ਕਰ ਦਿੱਤਾ। ਅੱਗੇ ਫਿਰ ਜਿਹੜੇ ਥਾਣੇਦਾਰ ਨੇ 10 ਕਿਤੇ FIR ਪਰ ਉਹਨੂੰ ਪੁੱਛਿਆ ਗਿਆ ਕਿ ਤੁਸੀਂ ਤਾਂ ਜੀ FIR ਦਰਜ ਕਰੀ ਆ, ਉਹ ਤਾਂ ਮਰੇ ਹੋਏ ਬੰਦੇ ਪਰ ਕਰਤੀ। ਕਹਿੰਦਾ ਅੱਛਾ ਉਹ ਮਰ ਗਿਆ। ਕਹਿੰਦਾ ਫਿਰ ਸੀਗਾ ਜੀ 10 ਕਿਤਾ ਤੁਸੀਂ ਕਿਤੇ ਆ। ਉਹ ਕਹਿੰਦਾ ਯਾਰ ਵੀ ਮੈਂ ਡਿਊਟੀ ਅਫਸਰ ਹੋਣ ਦੇ ਨਾਤੇ ਕਿਤੇ ਕਹਿੰਦਾ ਜਿਹੜਾ ਤਫਤੀਸ਼ੀ ਅਫਸਰ ਆ ਉਹਨੇ ਕਰਵਾ ਲਏ ਹੋਣੇ ਆ। ਹੁਣ ਤਫਤੀਸ਼ੀ ਅਫਸਰ ਨੂੰ ਪੁੱਛੂਗੇ, ਉਹਨੇ ਕਹਿਣਾ ਜੀ ਮੁਖਬਰ ਖਾਸ ਨੇ ਇਤਲਾਹ ਦਿੱਤੀ ਹੈ। ਇਹਦਾ ਮਤਲਬ ਜਿਹੜੀ ਪੁਲਿਸ ਆ ਜਾਂ ਪ੍ਰਸ਼ਾਸਨਿਕ ਅਧਿਕਾਰੀ ਆ, ਕੋਈ ਵੀ ਗੱਲ ਨੂੰ ਇਨਵੈਸਟੀਗੇਸ਼ਨ ਨਹੀਂ ਕਰਦੇ। ਪਹਿਲਾਂ ਤਫਤੀਸ਼ ਕਰਨਾ ਜ਼ਰੂਰੀ ਹੈ ਨਾ ਉਹਦੇ ਪਰ, ਕੋਈ ਤਫਤੀਸ਼ ਨਹੀਂ ਕਰਦੇ। ਜਿਹੜੀ ਕੋਈ ਕਿਸੇ ਨੇ ਗੱਲ ਕਹਿਤੀ ਉਹਦੇ ਪਰ ਚੱਕ ਕੇ ਪਰਚਾ ਦੇ ਕੇ ਅੰਦਰ ਕਰ ਦੇਣੇ। ਜਿਹਨੂੰ ਤਾਂ ਬਚਾਉਣਾ ਹੈ ਉਹਨੂੰ ਤਾਂ 6-6 ਮਹੀਨੇ, ਸਾਲ 2-2 ਸਾਲ ਆ ਜਿਹੜੀਆਂ FIR ਨਹੀਂ ਕਰਦੇ ਹੈਗੇ। ਬੰਦੇ ਗਰੀਬ ਧੱਕੇ ਖਾਈ ਜਾਂਦੇ ਨੇ। ਜਿੱਥੇ ਤੁਸੀਂ ਕਰਨਾ ਹੈ ਉੱਥੇ 1 ਮਿੰਟ ਲਾਉਂਦੇ ਆ, ਉੱਥੇ ਤੁਸੀਂ ਕੋਈ ਕਾਨੂੰਨ ਨਹੀਂ ਦੇਖਦੇ, ਕੋਈ ਵਿਧੀ ਵਿਧਾਨ ਨਹੀਂ ਦੇਖਦੇ, ਕੋਈ ਕੁਝ ਨਹੀਂ ਦੇਖਦੇ, ਚੱਕ ਕੇ ਤੁਸੀਂ ਅੰਦਰ ਭੇਜਣ ਦੀ ਗੱਲ ਕਰਦੇ ਆ, ਸਾਰਾ ਕੁਝ ਕਰਦੇ ਆ। ਇਸ ਕਰਕੇ ਜਿਹੜਾ ਸਿਸਟਮ ਆ, ਜਿਹੜਾ ਕਾਨੂੰਨ ਦੇ ਮੁਤਾਬਕ ਚੱਲਣਾ ਹੈ, ਕਿਵੇਂ ਚੱਲਣਾ ਚਾਹੀਦਾ, ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਉਹਨਾਂ ਨੂੰ ਦੂਰ ਕਰਨ ਦੀ ਲੋੜ ਆ। ਪੰਜਾਬ ਦਾ ਜਿਹੜਾ ਤਾਣਾ ਬਾਣਾ ਬਹੁਤ ਉਲਝਿਆ ਹੋਇਆ, ਭ੍ਰਿਸ਼ਟਾਚਾਰ ਨੇ ਵੀ ਪੰਜਾਬ ਨੂੰ। ਨਹੀਂ ਪਰ ਤੇਜ਼ੀ ਤਾਂ ਆਈ ਆ ਪੁਲਿਸ ਦੇ ਵਿੱਚ, ਚਾਹੇ ਉਹ ਦਿੱਲੀ ਤੱਕ ਮਾਰ ਕਰਨ ਦੀ ਗੱਲ ਹੋਵੇ ਤੇ ਚਾਹੇ ਅੱਜ ਮੰਤਰੀ ਦੇ ਘਰ ਤੱਕ ਦੀ ਗੱਲ ਹੋਵੇ, ਦੋਵਾਂ ਮਾਮਲੇ 'ਚ ਕਾਰਵਾਈ ਤਾਂ ਤੇਜ਼ੀ ਨਾਲ ਹੋ ਰਹੀ ਹੈ ਨਾ। ਦੇਖੋ ਦੀਪਕ ਜੀ, ਗੱਲ ਇਹ ਆ ਜਿਹੜੀ ਤੁਸੀਂ ਤੇਜ਼ੀ ਦੀ ਗੱਲ ਕਰਤੀ ਆ, ਬੱਗੇ ਨੂੰ ਫੜਨ ਗਈ, ਫਿਰ ਹੋਇਆ ਕਿਆ ਜੀ? ਪੰਜਾਬ ਪੁਲਿਸ ਨੇ, ਉਹ ਪੰਜਾਬ ਪੁਲਿਸ ਦੀ ਜਿਹਦੇ ਬਾਰੇ ਪਤਾ ਲੱਗਦਾ ਵੀ ਉਹ ਯੂਪੀ ਤੇ ਗਿਆ, ਬਿਹਾਰ ਤੇ ਗਿਆ, ਮਹਾਰਾਸ਼ਟਰ ਤੇ ਬੰਦੇ ਚੱਕ ਕੇ ਲਿਆ ਕੇ ਤੇ CS ਸਟਾਫ 'ਚ ਲੰਬਾ ਪਾਉਂਦੇ, 5 ਦਿਨ ਬਾਅਦ 10 ਦਿਨ ਬਾਅਦ ਪਤਾ ਚੱਲਦਾ ਤਾ ਵੀ ਆਹ ਕੰਮ ਹੋ ਗਿਆ ਜੀ। ਪਰ ਬੱਗੇ ਵਾਲੇ ਮਾਮਲੇ ਦੇ ਵਿੱਚ ਉੱਥੇ ਰੁਕ ਗਈ। ਇਹਦਾ ਮਤਲਬ 2 ਗੱਲਾਂ ਹੋ ਰਹੀਆਂ, ਜਾਂ ਤਾਂ ਉੱਥੇ ਦੇ ਪੰਜਾਬ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਤੇ ਉਹਨਾਂ ਦੀ ਦਿੱਲੀ ਵਾਲੇ ਨਾਲ ਵੀ ਉਹਨਾਂ ਨੇ ਆੜੀ ਪਗਾਈ ਕਿ ਹੋ ਸਕਦਾ ਵੀ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਕੱਲ੍ਹ ਨੂੰ ਉੱਥੇ ਤੇ ਕੋਈ ਵੱਡੀ ਪੋਸਟ ਪਰ ਉੱਥੇ ਤੇ ਵੀ ਮਿਲ ਸਕਦੀ ਆ। ਉਹਨਾਂ ਨੂੰ ਦੱਸਤਾ ਹੋਣਾ ਵੀ ਅਸੀਂ ਫਲਾਣੀ ਜਗ੍ਹਾ ਜਾ ਰਹੇ ਜੀ, ਆ ਜਾਓ ਜੀ, ਰੋਕ ਲਓ ਜੀ, ਅਸੀਂ ਕਿਆ ਕਰਾਉਣਾ, ਕਿਉਂਕਿ ਮਾਮਲਾ ਤਾਂ ਸਿਆਸੀ ਸੀਗਾ ਨਾ। ਬਿਲਕੁਲ, ਉੱਥੇ ਵੀ ਉਹਨਾਂ ਨੂੰ ਰੋਕ ਲਿਆ ਗਿਆ। ਇਸ ਕਰਕੇ ਭਗਵੰਤ ਮਾਨ ਹੋਰਾਂ ਦੀ ਜਿਹੜੀ ਸਰਕਾਰ ਆ, ਉਹਨੂੰ ਜਿਹੜੀ ਇਹੋ ਜਿਹੇ ਸਿਆਸੀ ਬਦਲਾਗੁੜੀ ਬਿਆਨ ਦੇ ਰਹੇ ਆ, ਉਹ ਤੋਂ ਬਚਣਾ ਚਾਹੀਦਾ। ਉਹ ਸਰਕਾਰ ਤਾਂ ਕੇਂਦਰ ਸਰਕਾਰ ਕਰ ਰਹੀ ਹੈ, ਪੱਤਰਕਾਰਾਂ ਪਰ ਪਰਚੇ ਦਰਜ ਕਰ ਰਹੀ ਹੈ, ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਉਹਨਾਂ ਪਰ ਪਰਚੇ ਦਰਜ ਕਰ ਰਹੇ, RTI ਐਕਟਿਵਿਸਟ ਆ ਉਹਨਾਂ ਪਰ ਪਰਚੇ ਦਰਜ ਕੀਤੇ ਜਾ ਰਿਹਾ, ਸਾਰਿਆਂ ਪਰ ਉਹ ਦੇਸ਼ ਧਰੋਹੀ ਦੇ ਪਰਚੇ ਦਰਜ ਕਰੀ ਗਈ। ਚਲੋ ਹੁਣ ਠੀਕ ਆ ਕਿ ਸੁਪਰੀਮ ਕੋਰਟ ਨੇ ਰੋਕ ਲਾਤੀ, ਹਾਂ, ਨਹੀਂ ਤਾਂ ਸੁਪਰੀਮ ਕੋਰਟ ਨੇ ਹੱਥ ਥੋੜੇ ਜਿਹੇ ਖਿੱਚੇ ਆ, ਪਰ ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਤੇ ਉਹਨਾਂ ਪਰ ਤਾਂ ਇਹਨਾਂ ਟੰਗੇ ਆ ਨਾ ਪਿਛਲੀ ਸਰਕਾਰ ਨੇ। ਉਹੀ ਕੰਮ ਭਗਵੰਤ ਮਾਨ ਹੋਰੀ ਕਰਨ ਲੱਗ ਗਏ। ਸਭ ਕੁਝ ਚਾਹੀਦਾ ਇਹ ਹੈ ਕਿ ਜਿਹੜੇ ਲੋਕ ਕ੍ਰਿਟੀਸਾਈਜ਼ ਕਰਦੇ ਨੇ, ਤੁਹਾਡੀ ਆਲੋਚਨਾ ਕਰਦੇ ਨੇ, ਉਹਨਾਂ ਨੂੰ ਸੁਣੋ। ਹੋ ਸਕਦਾ ਹੈ ਕਿ ਉਸ ਆਲੋਚਨਾ 'ਚੋਂ ਤੁਹਾਨੂੰ ਕੁਝ ਪੋਜ਼ਿਟਿਵ ਪੱਖ ਆ ਜਿਹੜਾ ਮਿਲ ਜਾਵੇ, ਕੋਈ ਨਾ ਤੁਹਾਡੇ ਜਿਹੜੀ ਪੱਖ ਦੀ ਗੱਲ ਆ ਜਿਹੜੀ ਨਿਕਲ ਕੇ ਸਾਹਮਣੇ ਆਵੇ, ਤੁਹਾਨੂੰ ਸੁਧਾਰ ਕਰਨ ਦਾ, ਤੁਹਾਨੂੰ ਠੀਕ ਹੋਣ ਦਾ ਮੌਕਾ ਮਿਲ ਜਾਵੇ। ਤੁਸੀਂ ਬਿਨਾਂ ਵਜ੍ਹਾ ਕਿ ਇਹ ਸਾਡੀ ਆਲੋਚਨਾ ਕਰਦਾ ਉਹ ਤੁਹਾਨੂੰ ਟੰਗੀ ਜਾਣਾ, ਤਾਂ ਇਹ ਮਾੜੀ ਗੱਲ ਆ। ਜਦੋਂ ਤੁਸੀਂ ਓਪੋਜੀਸ਼ਨ ਵਿੱਚ ਤੇ ਤੁਹਾਡੇ ਸਾਰੇ ਲੀਡਰਾਂ ਨੇ, ਤੁਹਾਡੇ ਸਾਰੇ ਵਿਧਾਇਕਾਂ ਨੇ ਜਿਹੜੇ ਉਦੋਂ ਤੋਂ ਸੀਗੇ, ਸਾਰੇ ਸਰਕਾਰ ਨੂੰ ਕੋਸਦੇ ਰਹੇ ਨੇ। ਇਸ ਕਰਕੇ ਓਪੋਜੀਸ਼ਨ ਦਾ ਜਿਹੜਾ ਕੰਮ ਆ ਉਹਨੇ ਆਲੋਚਨਾ ਵੀ ਕਰਨਾ, ਪਰ ਆਲੋਚਨਾ ਪੋਜ਼ਿਟਿਵ ਹੋਣੀ ਚਾਹੀਦੀ ਆ, ਸਾਰਥਕ ਹੋਣੀ ਚਾਹੀਦੀ ਆ। ਇਸ ਕਰਕੇ ਅਜੇ ਭਗਵੰਤ ਮਾਨ ਉਹਨਾਂ ਦੀ ਸਰਕਾਰ ਨੂੰ ਜੇ ਇਹਨਾਂ ਨੇ ਆਹ ਕਦਮ ਲੈ ਲਿਆ, ਇਹਨਾਂ ਬਹੁਤੀ ਵਾਹਵਾਹੀ ਕਰਨ ਦੀ ਜਾਂ ਇਹ ਨਾ ਲੱਗੇ ਵੀ ਅਸੀਂ ਬਹੁਤ ਵੱਡਾ ਉਹ ਕਰ ਲਿਆ, ਹਾਲੇ ਉਹਨਾਂ ਦੇ ਮੂਹਰੇ ਜਿਹੜਾ ਪੈਂਡਾ ਉਹ ਬਹੁਤ ਲੰਬਾ ਹੈ। ਉਹਦੇ ਕਰਕੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਹਾਲੇ ਬਹੁਤ ਜ਼ਿਆਦਾ ਨੇ, ਉਹਨਾਂ 'ਤੇ ਖਰਾ ਉਤਰਨਾ ਪਵੇਗਾ। ਬਿਲਕੁਲ, ਪੈਂਡਾ ਲੰਬਾ
ਮੁਸੀਬਤਾਂ ਵੀ ਬਹੁਤ ਨੇ, ਪੰਜਾਬ ਮੂਹਰੇ ਚੁਣੌਤੀਆਂ ਵੀ ਬਹੁਤ ਨੇ, ਉਹਨਾਂ ਨਾਲ ਨਜਿੱਠਣਾ ਭਗਵੰਤ ਮਾਨ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਵੀ ਹੈ। ਅੱਜ ਇੱਕ ਸ਼ਲਾਘਾਯੋਗ ਕਦਮ ਜ਼ਰੂਰ ਪੁੱਟਿਆ ਨਜ਼ਰ ਆਇਆ। ਪੰਜਾਬ ਉਹਦੀ ਕਾਬਲੇ ਤਾਰੀਫ ਵੀ ਕਰ ਰਿਹਾ ਕਿ ਕਮਾਲ ਦਾ ਕਦਮ ਹੈ, ਇੱਕ ਕਾਂ ਮਾਰ ਕੇ ਟੰਗਿਆ, ਜਿਵੇਂ ਛਿੱਬਰ ਜੀ ਨੇ ਵੀ ਕਿਹਾ। ਪਰ ਇਸ ਤੋਂ ਅਗਾਂਹ ਅਜੇ ਬਹੁਤ ਕੁਝ ਕਰਨਾ ਬਾਕੀ ਹੈ, ਚਾਹੇ ਉਹ ਆਪਣੀ ਸਰਕਾਰ 'ਚ ਹੋਵੇ, ਚਾਹੇ ਆਪਣੇ ਵਿਭਾਗਾਂ 'ਚ ਹੋਵੇ, ਅਤੇ ਚਾਹੇ ਪਹਿਲੀਆਂ ਸਰਕਾਰਾਂ ਦੇ ਸਮੇਂ ਰਹੇ ਮੰਤਰੀਆਂ ਸੰਤਰੀਆਂ ਅਤੇ ਸਾਬਕਾ ਵਿਧਾਇਕਾਂ ਦੀ ਗੱਲ ਹੋਵੇ ਜਾਂ ਅਫਸਰਸ਼ਾਹੀ ਦੀ ਗੱਲ ਹੋਵੇ। ਪੈਂਡਾ ਲੰਬਾ ਹੈ, ਸਫ਼ਰ ਲੰਬਾ ਹੈ, ਅਤੇ ਅਸੀਂ ਵੀ ਨਾਲ ਤੁਰਦੇ ਨਜ਼ਰ ਆਵਾਂਗੇ। ਅਤੇ ਜਦੋਂ ਵੀ ਕੁਛ ਸਹੀ ਹੋਏਗਾ ਉਸ 'ਤੇ ਵਾਹਵਾਹੀ ਵੀ ਕਰਾਂਗੇ, ਜਦੋਂ ਕੁਛ ਗਲਤ ਹੋਏਗਾ ਉਸ ਪਰ ਸਵਾਲ ਵੀ ਕਰਾਂਗੇ। ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।